परम सत्कारयोग सतगुरां दी साजी और नवाजी हुई साध संगत जीओ, आप माई पाई धनता दे योग हो। जिन्हां नूं सतगुरु जी दे चरणां दे विच बैठण दे सुभाग समय प्राप्त होया। आओ असीं तुसीं सारे ही बड़े कर्मां वाले हाँ। दसवें पिता श्री गुरु गोबिंद सिंह महाराज जी फरमान करते हैं। महाराज जी कहते जो ये कथा सुनियर गावे, दुख पाप तह निकट न आवे। ये मैं नहीं कहता भाई, जिन्हों असी अपना गुरु मानते, जिन्हों नमस्कार करते हैं, जिहते असी भरोसा रखते हैं, वो कहते ने जिहड़ा कथा करदा है ते कथा सुनदा है, महाराज जी कहते उन्हां दे नेड़े ना दुख आवे ते ना पाप आवे। आखो सतनाम। सो आओ बड़े कर्मां वाले हो जिन्हां नूं अमृत वेला प्राप्त होया। विचार चल रही सी कल महंत कृपाल दास ने हजात खां नूं मारना। गुरु सिखां तो की नहीं करा सकता। तो गुरमुख प्यारिओ, महंत कृपाल दास गुरु जी दे जोधियां वल्लों अजिहा भारी हल्ला वेख के राजा फतेह शाह ने अपना एक आदमी भीखन खां, हजात खां अते नजाबत खां तीन पठान सरदारां पास भेजिया अते आख्या कि तुसी कहंदे सी कि गुरु जी पास साडे पिछों थोड़े सिंह ने जो शास्त्र विद्या बिल्कुल नहीं जानते। हुण तुसी उन्हां गवारां उत्ते हल्ला क्यों नहीं करदे? पठाणां नूं कहंदे तुहानूं लुੱਟ माफ है, फतेह पाओ ते गुरु दा खजाना लुੱਟो। कहंदे जिन्ना खजाना है वो तुसी लुੱਟ लवो ते गुरु दे उत्ते हमला करो। पठाणां नूं कहंदे हुण फतेह शाह दी ये गल सुन के भीखन खान ने कहा, राजा जी हुण वेखो की बनदा है। इन्हां नूं हुणे मार के फतेह दा डंका बजावांगे। इस तरह गुरमुख प्यारे भीखन खान ने अपने आदमी नूं कहा, जोर दा एक हल्ला मारो। ये सुन के हजात खान भीखन खान ने बहुत जोर दा हल्ला मारिया। दोहां पासे तो गोलियां ते तीरां दी वर्खा होण लगी, जिस नाल बेअंत सूरमे फट्टड़ हो के
ਲਹੂ ਨਾਲ ਧਰਤੀ ਲਾਲ ਹੋ ਗਈ। ਧੜਾਂ ਤੇ ਧੜਾਂ ਉੱਤੋਂ ਸਿਰ ਹੱਡੀਆਂ ਵਾਂਗੂ ਡਿੱਗਦੇ ਜਾਂਦੇ ਸਨ। ਤਾਂ ਗੁਰਮੁਖ ਪਿਆਰਿਓ, ਕੜਸੀਆਂ ਵਾਂਗੂ ਹੱਥ ਬਾਹਾਂ ਕੱਟੇ ਹੋਏ ਧਰਤੀ ਤੇ ਡਿੱਗੇ ਪਏ ਸਨ। ਜੋਗਨੀਆਂ ਲਹੂ ਪੀ ਰਹੀਆਂ ਸਨ ਅਤੇ ਗਿੱਦੜ ਆਦਿ ਮਾਸ ਖਾ ਖਾ ਕੇ ਡਕਾਰ ਮਾਰ ਰਹੇ ਸਨ। ਕਈ ਜ਼ਖਮੀ ਧਰਤੀ ਉੱਤੇ ਡਿੱਗ ਪਿਆ ਪਾਣੀ ਮੰਗ ਰਿਹਾ, ਕੋਈ ਤੜਫ ਰਿਹਾ ਹੈ। ਇਸ ਘਮਸਾਣ ਦੀ ਜੰਗ ਵਿੱਚ ਜਦ ਸੂਰਮੇ ਇੱਕ ਦੂਜੇ ਉੱਤੇ ਤਲਵਾਰਾਂ ਨਾਲ ਵਾਰ ਕਰਦੇ ਰਹੇ, ਉਸ ਸਮੇਂ ਮਹੰਤ ਕਿਰਪਾਲ ਨੇ ਆਖਿਆ, ਸਤਿਗੁਰੂ ਜੀਓ, ਜੇ ਆਗਿਆ ਦਿਓ ਤਾਂ ਮੈਂ ਹਜਾਤ ਖਾਨ ਨਾਲ ਟੱਕਰ ਲਵਾਂ। ਇਹ ਲੂਣ ਹਰਾਮ ਬਹੁਤ ਅੱਗੇ ਵਧਿਆ ਆ ਰਿਹਾ ਹੈ। ਸਤਿਗੁਰੂ ਜੀ ਨੇ ਹੱਸ ਕੇ ਕਿਹਾ, ਸੰਤ ਜੀ, ਤੁਹਾਡੇ ਪਾਸ ਕੋਈ ਸ਼ਾਸਤਰ, ਬੰਦੂਕ, ਤਲਵਾਰ, ਨੇਜਾ ਅਥਵਾ ਕੋਈ ਧੁਣਸ ਆਦਿਕ ਇਸ ਤਰ੍ਹਾਂ ਦਾ ਕੋਈ ਸ਼ਾਸਤਰ ਤਾਂ ਹੈ ਨਹੀਂ। ਫਿਰ ਤੁਸੀਂ ਬੈਰੀ ਦਾ ਕਿਸ ਤਰ੍ਹਾਂ ਨਾਸ਼ ਕਰਨਾ ਚਾਹੁੰਦੇ ਹੋ? ਮਹੰਤ ਕਿਰਪਾਲ ਦਾਸ ਨੇ ਕਿਹਾ, ਸਤਿਗੁਰੂ ਜੀਓ, ਮੇਰੇ ਮੋਢੇ ਉੱਤੇ ਆ ਦੇਖੋ ਕੁਤਕਾ ਮੋਟਾ ਡੰਡਾ ਹੈ, ਇਹੀ ਮੇਰਾ ਯੁੱਧ ਦਾ ਸ਼ਾਸਤਰ ਹੈ। ਇਹਦੇ ਇੱਕ ਵਾਰ ਨਾਲ ਤੁਹਾਡੀ ਕਿਰਪਾ ਨਾਲ ਮੈਂ ਹਜਾਤ ਖਾਂ ਦਾ ਸਿਰ ਫੇਹ ਦੇਣਾ ਹੈ। ਸਤਿਗੁਰੂ ਜੀ ਨੇ ਕਿਰਪਾਲ ਦਾਸ ਨੂੰ ਫਰਮਾਇਆ, ਕਹਿੰਦੇ, ਸੰਤ ਜੀ, ਜਿਸ ਤਰ੍ਹਾਂ ਤੁਹਾਡੀ ਇੱਛਾ ਹੈ ਹਜਾਤ ਖਾਨ ਨੂੰ ਮਾਰ ਮੁਕਾਓ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨੂੰ ਜੁਗਤੀ ਦੱਸੀ। ਕਹਿੰਦੇ, ਇੰਜ ਕਰੀ, ਗੁਰੂ ਐਸਾ ਜੰਗ ਦੇ ਉਧਰੋਂ ਜੰਗ ਚੱਲ ਰਹੀ ਆ ਤੇ ਉਧਰ ਨਾਲ ਆਪਣੇ ਕਿਰਪਾਲ ਦਾਸ ਨੂੰ ਦਾਸ ਖੈਰ ਨੇ ਵੀ ਇਸ ਤਰ੍ਹਾਂ ਕਰੀ। ਕਹਿੰਦੇ, ਉਹ ਸਾਹਮਣੇ ਹਜਾਤ ਖਾਨ ਖੜਾ ਹੈ, ਘੋੜੇ ਦੇ ਉੱਤੇ ਚੜਿਆ ਹੋਇਆ। ਮਹਾਰਾਜ ਜੀ ਕਹਿੰਦੇ, ਜਦੋਂ ਤੂੰ ਉਹਦੇ ਕੜੀ ਭੱਜ ਕੇ ਜਾਏਗਾ ਨਾ, ਉਹ ਤੇਰੇ ਤਲਵਾਰ ਮਾਰੂਗਾ, ਤੂੰ ਘੋਟਣਾ ਉੱਪਰ ਕਰ ਲੈ, ਮੂਹਰੇ ਬਾਹਰ ਰੁਕ ਜਾਏਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਫਿਰ ਉੱਪਰ ਦੀ ਘੁਮਾ ਕੇ ਕੰਨ ਦੇ ਕਹਿੰਦੇ ਐ ਪੁੜਪੁੜੀ ਚ ਮਾਰੀ। ਕਹਿੰਦੇ ਕਿਰਪਾਲ ਦਾਸ ਨੇ ਕਿਹਾ, ਮਹਾਰਾਜ ਜੀ ਸਿਰ ਤੇ ਹੱਥ ਰੱਖੋ, ਹਜਾਤ ਖਾਨ ਦਾ ਕੀ ਹੈ, 1000 ਹਜਾਤ ਖਾਨ ਮਰਵਾ ਲਿਓ ਚਾਹੇ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਿਰਪਾਲ ਦਾਸ ਘੋੜੇ ਉੱਤੇ ਚੜਿਆ ਹੋਇਆ, ਮੋਟਾ ਕੁਤਕਾ ਡੰਡਾ ਫੜਿਆ ਹੋਇਆ। ਤਾਂ ਹੁਣ ਜਦੋਂ ਜਾ ਰਿਹਾ, ਹਜਾਤ ਖਾਨ ਨੇ ਵੇਖਿਆ ਵੀ ਇਹ ਮੇਰੇ ਕਣੀ ਨੂੰ ਭੱਜਿਆ ਆ ਰਿਹਾ ਹੈ, ਇਹ ਮੇਰੇ ਵੱਲ ਨੂੰ ਭੱਜਿਆ ਆ ਰਿਹਾ। ਤਾਂ ਗੁਰਮੁਖ ਪਿਆਰੇ ਜਦੋਂ ਨੇੜੇ ਆਇਆ, ਜਦੋਂ ਲੱਗਿਆ ਕਿਰਪਾਨ ਮਾਰਨ, ਤਾਂ ਕਿਰਪਾਲ ਦਾਸ ਨੇ ਜਿਵੇਂ ਸਤਿਗੁਰੂ ਜੀ ਨੇ ਕਿਹਾ ਤੀ, ਘੋਟਣਾ ਮੂਹਰੇ ਕਰ ਦਿੱਤਾ ਤੇ ਘੋਟਣੇ ਦੇ ਉੱਤੇ ਕਿਰਪਾਨ ਵੱਜੀ ਤੇ ਘੋੜੇ ਦੀਆਂ ਪੱਬਾਂ ਦੇ ਉੱਪਰ ਖੜ ਕੇ ਪੈਰਾਂ ਭਰ ਖੜਾ ਹੋ ਕੇ ਤਾਂ ਗੁਰਮੁਖ ਪਿਆਰੇ ਕਿਰਪਾਲ ਦਾਸ ਨੇ ਸਿਰ ਦੇ ਉੱਪਰ ਦੀ ਘੁਮਾ ਕੇ ਘੋਟਣਾ ਜਦੋਂ ਮਾਰਿਆ ਉਹਦੇ ਉੱਤੇ ਪੁੜਪੁੜੀ 'ਚ, ਉਸੇ ਸਮੇਂ ਉਹਦਾ ਸਿਰ ਫੇਹ ਦਿੱਤਾ। ਆਖੋ ਸਤਨਾਮ। ਕੁਤਕਾ ਮਾਰਿਆ, ਜਿੱਦਾਂ ਸਿਰ ਮਿੱਟੀ ਦੀ ਚਾਟੀ ਵਾਂਗੂ ਟੁਕੜੇ ਟੁਕੜੇ ਹੋ ਗਿਆ। ਸਤਿਗੁਰੂ ਜੀ ਨੇ ਇਹਦਾ ਵਰਣਨ ਆਪਣੀ ਜੀਵਨ ਕਥਾ ਵਿਚਿੱਤਰ ਨਾਟਕ ਦੇ ਵਿੱਚ ਕੀਤਾ ਹੈ। ਮਹਾਰਾਜ ਜੀ ਕਹਿੰਦੇ, ਕਿਰਪਾਲ ਕੋਪਿਯੰ ਕੁਤਕੋ ਸੰਭਾਰੀ, ਹਠੀ ਖਾਨ ਹਜਾਤ ਕੇ ਸੀਸ ਝਾਰੀ, ਉੱਠੀ ਸੱਸ ਇਸੰਗ ਕੱਢਾ, ਮੇਜ ਜੋਰੰਗ ਮਨੋ ਮਨੁਖੰ ਮਟਕੀ ਕਾਨ ਫੁਰੰਗ। ਕਹਿੰਦੇ ਸਿਰ ਆਏ ਭੰਨ ਦਿੱਤਾ ਜਿਵੇਂ ਆਪਾਂ ਮਿੱਟੀ ਦੀ ਮਟਕੀ ਨੂੰ ਭੰਨ ਦਿੰਦੇ ਆ।
ਕਿਰਪਾਲ ਸੰਤ ਨੇ ਗੁੱਸੇ ਨਾਲ ਆਪਣਾ ਕੁੱਤਕਾ ਸੰਭਾਲ ਕੇ ਹਜਾਤ ਖਾਂ ਦੇ ਸਿਰ 'ਚ ਮਾਰਿਆ। ਉਸ ਵਿੱਚੋਂ ਜ਼ੋਰ ਨਾਲ ਮਿੱਝ ਦੀਆਂ ਸਿੱਟਾਂ ਇਉਂ ਨਿਕਲੀਆਂ ਜਿਸ ਤਰ੍ਹਾਂ ਕ੍ਰਿਸ਼ਨ ਨੇ ਮੱਖਣ ਦੀ ਮਟਕੀ ਭੰਨੀ ਹੈ। ਹਜਾਤ ਖਾਂ ਨੂੰ ਮਾਰਿਆ ਵੇਖ ਕੇ ਪਠਾਣਾ ਨੇ ਚੌਹਾਂ ਪਾਸਿਆਂ ਤੋਂ ਮਹੰਤ ਕਿਰਪਾਲ ਦਾਸ ਨੂੰ ਘੇਰ ਲਿਆ। ਮਹੰਤ ਨੇ ਇੱਕ ਅਸਵਾਰ ਦੇ ਘੋੜੇ ਸਿਰ ਵਿੱਚ ਅਜਿਹਾ ਕੁੱਦਕਾ ਮਾਰਿਆ ਕਿ ਉਹ ਅਸਵਾਰ ਸਣੇ ਘੋੜੇ ਭੁੰਜੇ ਡਿੱਗ ਪਿਆ। ਇਸ ਸਮੇਂ ਜੀਤ ਮੱਲ ਨੇ ਅੱਗੇ ਹੋ ਕੇ ਮਹੰਤ ਕਿਰਪਾਲ ਦਾਸ ਦੀ ਸਹਾਇਤਾ ਕਰਕੇ ਉਸ ਨੂੰ ਪਠਾਣਾ ਵਿੱਚੋਂ ਕੱਢ ਕੇ ਲਿਆਂਦਾ। ਇਸ ਪ੍ਰਕਾਰ ਭਿਆਨਕ ਯੁੱਧ ਨਾਲ ਭੰਗਾਣੀ ਦੇ ਮੈਦਾਨ ਵਿੱਚੋਂ ਲੋਥਾਂ ਦੇ ਢੇਰ ਲੱਗ ਗਏ। ਘੋੜੇ ਸਖਣੇ ਹੋ ਕੇ ਭੱਜੇ ਫਿਰਦੇ ਆ, ਲਹੂ ਨਾਲ ਧਰਤੀ ਲਾਲ ਹੋ ਗਈ। ਹੁਣ ਗੁਰੂ ਜੀ ਨੇ ਲੱਕੜ ਦੀ ਤੋਪ ਚਲਾਉਣੀ। ਜਦ ਇਸ ਤਰ੍ਹਾਂ 3 ਸਰਦਾਰ ਪਠਾਣਾ ਵਿੱਚੋਂ ਇੱਕ ਮਰ ਗਿਆ ਤਾਂ ਬਾਕੀ ਦੇ ਗੁੱਸੇ ਨਾਲ ਤੀਰਾਂ, ਬੰਦੂਕਾਂ, ਨੇਜਿਆਂ ਤੇ ਤਲਵਾਰਾਂ ਆਦਿਕ ਸਭ ਪ੍ਰਕਾਰ ਦੇ ਸ਼ਾਸਤਰਾਂ ਦੇ ਬਾਰ ਕਟਾ ਵੱਢ ਕਰਨ ਲੱਗੇ। ਤਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਸਿੱਖ ਰਾਮ ਸਿੰਘ ਨੇ ਸਤਿਗੁਰੂ ਜੀ ਦੀ ਆਗਿਆ ਨਾਲ ਇੱਕ ਲੱਕੜ ਦੀ ਤੋਪ ਬਣਾਈ। ਉਸ ਨੂੰ ਉੱਚੇ ਰੱਖ ਕੇ ਵਿੱਚ ਪੱਥਰ ਦਾ ਗੋਲਾ ਬਰੂਦ ਭਰ ਕੇ ਦੁਸ਼ਮਣ ਦੀ ਸੈਨਾ ਵੱਲ ਮੂੰਹ ਕਰਕੇ ਛੱਡ ਦਿੱਤਾ। ਗੋਲਾ ਬੜੇ ਜ਼ੋਰ ਨਾਲ ਚੱਲ ਕੇ ਇੱਕ ਸਵਾਰ ਦੇ ਘੋੜੇ ਨੂੰ ਮਾਰ ਕੇ ਸੈਨਾ ਵਿੱਚ ਡਿੱਗਿਆ, ਜਿਸ ਨੂੰ ਦੇਖ ਕੇ ਦੁਸ਼ਮਣ ਸੈਨਾ ਇੱਧਰ ਉੱਧਰ ਭੱਜ ਗਈ ਅਤੇ ਸਤਿਗੁਰੂ ਜੀ ਦੀ ਜੈ ਜੈ ਦੇ ਸਭ ਪਾਸੇ ਆਵਾਜ਼ੇ ਆਉਣ ਲੱਗੇ। ਸਾਰੇ ਪਾਸੇ ਜੈ ਜੈਕਾਰ ਹੋਣ ਲੱਗੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਦੂਜੀ ਵਾਰ ਫੇਰ ਇੱਕ ਗੋਲਾ ਬਰੂਦ ਭਰ ਕੇ ਦੁਸ਼ਮਣਾਂ ਦੇ ਇਕੱਠ ਵਿੱਚ ਰਾਮ ਸਿੰਘ ਨੇ ਤੋਪ ਚਲਾਈ, ਜਿਸ ਨੂੰ ਵੇਖ ਕੇ ਪਹਾੜੀਏ ਬੜੇ ਹੈਰਾਨ ਹੋਏ ਕਿ ਇਹ ਕੀ ਅਜੀਬ ਤਮਾਸ਼ਾ ਹੈ। ਲੱਕੜ ਦੀ ਤੋਪ ਨਾਲ ਹੀ ਸਾਡੀ ਸੈਨਾ ਦਾ ਨਾਸ਼ ਕਰ ਦਿੱਤਾ। ਆਖੋ ਸਤਨਾਮ। ਲੱਕੜ ਦੀ ਤੋਪ ਦੇਖੋ। ਤਾਂ ਗੁਰਮੁਖ ਪਿਆਰਿਓ, ਸਾਹਿਬ ਚੰਦ, ਦਿਆ ਰਾਮ, ਆਨੰਦ ਚੰਦ, ਮਾਮਾ ਕਿਰਪਾਲ ਅਤੇ ਸੰਗੋ ਸਾਹ ਨੇ ਯੁੱਧ ਕਰਨਾ ਤੇ ਬੁੱਧੂ ਸਾਹ ਦੇ ਦੂਜੇ ਪੁੱਤਰਾਂ ਨੇ ਸ਼ਹੀਦ ਹੋਣਾ। ਆਪਾਂ ਕਹਿੰਦੇ ਵੀ 4 ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੰਗ ਦੇ ਵਿੱਚ ਸ਼ਹੀਦ ਹੋਏ। ਇੱਥੇ ਪੀਰ ਬੁੱਧੂ ਸਾਹ ਉਹ ਪੀਰ ਸੀ ਜਿਹਨੂੰ ਦੁਨੀਆ ਮੰਨਦੀ ਸੀ, ਮੰਨਿਆ ਪ੍ਰਮੰਨਿਆ ਪੀਰ ਸੀ, ਮੁਸਲਮਾਨ ਪੀਰ, ਜਿਹਦੇ 4 ਪੁੱਤਰ ਸ਼ਹੀਦ ਹੋਏ ਜੰਗ ਦੇ ਵਿੱਚ। ਆਪਣੇ 4 ਪੁੱਤਰ ਗੁਰਾਂ ਦੇ ਉਪਤੋਂ ਦੀ ਵਾਰ ਦਿੱਤੇ ਪੀਰ ਬੁੱਧੂ ਸਾਹ ਨੇ। ਇੱਥੇ ਵਸ ਨਹੀਂ, 700 ਮਰੀਦ, 700 ਚੇਲਾ ਤੇ 4 ਪੁੱਤਰ ਗੁਰਾਂ ਦੇ ਉੱਪਰ ਦੀ ਵਾਰ ਦਿੱਤੇ। ਆਖੋ ਸਤਨਾਮ। ਜਿਸ ਸਮੇਂ ਮਹੰਤ ਕਿਰਪਾਲ ਨੇ ਹਜਾਤ ਖਾਂ ਦਾ ਸਿਰ ਫੇਰਿਆ ਸੀ, ਉਸ ਸਮੇਂ ਦੂਜੇ ਸੂਰਮੇ ਵੀ ਕੁਝ ਘੱਟ ਨਹੀਂ ਸਨ ਕਰ ਰਹੇ। ਗੁਰੂ ਜੀ ਬਚਿੱਤਰ ਨਾਟਕ ਦੇ ਵਿੱਚ ਵਰਣਨ ਕਰਦੇ ਨੇ, ਤਹਾਂ ਨੰਦ ਚੰਦਨ ਕੀਓ ਕੋਪ ਭਾਰੂ, ਲਗਾਈ ਬਰਸੀ ਕਿਰਪਾਨੰ ਸੰਭਾਰੋ, ਤੱਟੀ ਤੇਗ ਤਿਰਖੀ ਕੱਢੋ ਜਮ ਦੰਡੰ, ਹੱਠੀ ਰਾਖੀਅਲ ਲੱਜ ਬਸੰ। ਤਾਂ ਗੁਰਮੁਖ ਪਿਆਰੇ, ਇਸ ਤਰ੍ਹਾਂ ਬਚਿੱਤਰ ਨਾਟਕ ਦੇ ਵਿੱਚ ਮਹਾਰਾਜ ਜੀ ਨੇ ਲਿਖਿਆ। ਭੱਜੇ ਜਾਂਦੇ ਪਠਾਣਾ ਨੂੰ ਵੇਖ ਕੇ ਭੀਖਨ ਖਾਨ ਨੇ ਹਜਾਤ ਖਾਨ ਨੂੰ ਨਾਲ ਲੈ ਕੇ ਧੀਰਜ ਦੇ ਕੇ ਮੋੜਿਆ ਅਤੇ ਫਿਰ ਆਪ ਅੱਗੇ ਹੋ ਕੇ ਜ਼ੋਰਦਾਰ ਯੁੱਧ ਕੀਤਾ। ਇੱਧਰ ਸਾਹਿਬ ਚੰਦ ਤੇ ਉਹਦੇ ਸਾਥੀਆਂ ਨੇ ਵੀ ਬੜੇ ਤੇਜ਼ ਨਾਲ ਅੱਗੇ ਵੱਧ ਕੇ ਤੀਰਾਂ ਦੇ ਵਾਰ ਕਰਕੇ ਬੈਰੀਆਂ ਨੂੰ ਉਥਲ ਪੁਥਲ ਕਰਕੇ
हैरान कर दिता। दोहां पासियां तो गुरमुख प्यारे जम के कमसाण दा जंग होया, भंगाणी दा जंग। ਤਾਂ ਹੁਣ ਕਮਸਾਣ ਦਾ ਜੰਗ ਹੋ ਰਿਹਾ ਸੀ ਤਾਂ ਰਾਜਾ ਹਰੀ ਚੰਦ ਹੰਡੂਰੀਏ ਨੇ ਬਹੁਤ ਕ੍ਰੋਧ ਨਾਲ ਤੀਰ ਮਾਰ ਮਾਰ ਕੇ ਕਈ ਘੋੜੇ ਤੇ ਯੋਧਿਆਂ ਨੂੰ ਫੱਟੜ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਯੋਧਿਆਂ ਨੂੰ ਪਿੱਛੇ ਹਟਾ ਦਿੱਤਾ। ਫਿਰ ਸਾਹਿਬ ਚੰਦ ਨੇ ਆਪਣੇ ਯੋਧਿਆਂ ਨੂੰ ਧੀਰਜ ਦੇ ਕੇ ਪਿੱਛੇ ਖੜਾ ਕਰ ਦਿੱਤਾ ਤੇ ਬੈਰੀਆਂ ਉੱਤੇ ਤੀਰ ਦੀ ਜ਼ੋਰਦਾਰ ਵਰਖਾ ਕੀਤੀ। ਪਰ ਫਿਰ ਵੀ ਆਪਣੀ ਸੈਨਾ ਨੂੰ ਅਧੀਰਜ ਹੋਇਆ ਵੇਖ ਕੇ ਗੁਰੂ ਜੀ ਨੇ ਨੰਦ ਚੰਦ ਦਿਆ ਰਾਮ ਨੂੰ ਹੁਕਮ ਦਿੱਤਾ ਕਿ ਤੁਸੀਂ ਅੱਗੇ ਹੋ ਕੇ ਇਹਨਾਂ ਦੁਸ਼ਮਣਾਂ ਨੂੰ ਰੋਕੋ। ਇਹਨਾਂ ਯੋਧਿਆਂ ਨੇ ਅੱਗੇ ਵੱਧ ਕੇ ਬੈਰੀਆਂ ਉੱਤੇ ਤੀਰ ਤੇ ਗੋਲੀਆਂ ਦੀ ਮਾਰ ਮਾਰੋ। ਨੰਦ ਚੰਦ ਨੇ ਆਪਣਾ ਘੋੜਾ ਅੱਗੇ ਕਰਕੇ ਇੱਕ ਪਠਾਨ ਨੂੰ ਬਰਸੀ ਨਾਲ ਬਿੰਨ ਕੇ ਹੇਠਾਂ ਸੁੱਟ ਦਿੱਤਾ। ਦੂਜੇ ਦਾ ਸਿਰ ਤਲਵਾਰ ਨਾਲ ਵੱਢ ਕੇ ਤੀਜੇ ਨੂੰ ਝਟਪਟ ਹੀ ਤੇਜ਼ ਖੜਗ ਕਿਰਪਾਨ ਦੇ ਨਾਲ ਦੋ ਟੁਕੜੇ ਕਰ ਦਿੱਤਾ। ਇਸ ਤਰ੍ਹਾਂ ਆਪਣੀ ਸੈਨਾ ਨੂੰ ਹੌਸਲਾ ਹੋ ਗਿਆ। ਉਹ ਖੜੇ ਹੋ ਕੇ ਅਤੇ ਹਰੀ ਚੰਦ ਭੀਖਨ ਖਾਂ ਦੂਸਰੀ ਤਰਫ ਜਿਸ ਪਾਸੇ ਸੰਗੋਸਾ ਆਦਿਕ ਯੋਧੇ ਜੰਗ ਕਰ ਰਹੇ ਸਨ। ਜਦ ਹੰਡੂਰੀ ਕਿਰਪਾਲ ਚੰਦ ਰਾਜਾ ਨੂੰ ਆਉਂਦਾ ਵੇਖਿਆ ਤਾਂ ਅੱਗੋਂ ਸੰਗੋਸਾਹ ਨੇ ਵੀ ਧੁਨਖ ਬਾਣ ਲੈ ਕੇ ਖੜ ਕੇ ਬੇਅੰਤ ਤੀਰਾਂ ਦੀ ਵਰਖਾ ਕਰਨ ਲੱਗਾ। ਤਾਂ ਗੁਰਮੁਖ ਪਿਆਰਿਓ ਨਾਲ ਪਹਾੜੀ ਜਿਹੜੇ ਸੂਰਮੇ ਦੇ ਸਰੀਰਾਂ ਦੇ ਅੰਗ ਟੁੱਟ ਗਏ। ਉਧਰ ਹੁਣ ਰਾਜੇ ਨੇ ਆਪਣੀ ਸੈਨਾ ਨਾਲ ਹੱਲਾ ਬੋਲ ਕੇ ਤੀਰਾਂ ਦੀ ਝੜੀ ਲਾ ਦਿੱਤੀ। ਇਸ ਤਰ੍ਹਾਂ ਦੋਹਾਂ ਪਾਸਿਆਂ ਤੋਂ ਸੂਰਮੇ ਕ੍ਰੋਧ ਨਾਲ ਇੱਕ ਦੂਜੇ ਉੱਤੇ ਵਾਰ ਕਰਨ ਲੱਗੇ। ਮਹਾਰਾਜ ਜੀ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਕਹਾਂ ਲੱਗੇ ਵਰਣਨ ਕਰੂੰ ਮੱਚਿਓ ਯੁੱਧ ਅਪਾਰ, ਜੋ ਲੂਝੈ ਜੂਝੈ ਸਭੇ ਭੱਜੇ ਸੁਰ ਹਜ਼ਾਰ। ਕਹਿੰਦੇ ਜੋ ਲੜੇ ਸਨ ਉਹ ਸਾਰੇ ਸ਼ਹੀਦ ਹੋ ਗਏ, ਜੋ ਨਹੀਂ ਲੜੇ ਉਹਨਾਂ ਨੇ ਭੱਜ ਕੇ ਜਾਨ ਬਚਾਈ। ਹੁਣ ਫਤਿਹ ਸਾਹ ਦੂਰ ਖੜਾ ਹੋ ਕੇ ਜੰਗ ਵੇਖ ਰਿਹਾ ਸੀ ਅਤੇ ਜੋ ਕੋਈ ਜਵਾਨ ਭੱਜਦਾ ਸੀ ਉਸ ਨੂੰ ਹੱਲਾ ਸ਼ੇਰੀ ਦੇ ਕੇ ਰੋਕਦਾ ਸੀ। ਇਸ ਕਮਸਾਣ ਦੇ ਜੰਗ ਵਿੱਚ ਬੁੱਧੂ ਸਾਹ ਦੇ ਕੁਝ ਜਵਾਨ ਅਤੇ ਦੂਜੇ ਲੜਕੇ ਵੀ ਸ਼ਹੀਦ ਹੋ ਗਏ। ਸਤਿਗੁਰੂ ਜੀ ਦੇ ਪਾਸ ਇੱਕ ਹਲਵਾਈ ਲਾਲ ਚੰਦ ਖੜਾ ਹੋ ਕੇ ਯੁੱਧ ਵੇਖ ਰਿਹਾ ਸੀ। ਉਸਨੇ ਗੁਰੂ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹੋ, ਭਾਵੇਂ ਮੈਂ ਕਦੇ ਕੋਈ ਸ਼ਾਸਤਰ ਨਹੀਂ ਚਲਾਇਆ, ਨਾ ਕਦੇ ਸ਼ਾਸਤਰ ਫੜਿਆ ਹੈ, ਪਰ ਫਿਰ ਵੀ ਮੇਰਾ ਜੀ ਕਰਦਾ ਹੈ ਕਿ ਦੁਸ਼ਮਣਾਂ ਨੂੰ ਮਾਰ ਕੇ ਨਾਸ਼ ਕਰਾਂ। ਮੈਨੂੰ ਆਗਿਆ ਦਿਓ। ਮੈਨੂੰ ਇੱਕ ਘੋੜਾ ਚੜ੍ਹਨ ਵਾਸਤੇ ਤੇ ਇੱਕ ਤਲਵਾਰ ਤੇ ਢਾਲ ਲੜਨ ਵਾਸਤੇ ਬਖਸ਼ੋ। ਸਤਿਗੁਰੂ ਜੀ ਨੇ ਉਸ ਦੀ ਗੱਲ ਸੁਣ ਕੇ ਬੜੀ ਖੁਸ਼ੀ ਨਾਲ ਇੱਕ ਕਮੈਤ ਘੋੜਾ ਤੇ ਇੱਕ ਚੰਗੀ ਢਾਲ ਤਲਵਾਰ ਦੇ ਕੇ ਫਿਰ ਗੁਰਮੁਖ ਪਿਆਰੇ ਉਸਨੇ ਬੇਨਤੀ ਕੀਤੀ, ਗੁਰੂ ਜੀਓ ਮੈਨੂੰ ਸਮਝਾ ਦਿਓ ਕਿ ਢਾਲ ਕਿਹੜੇ ਹੱਥ ਨਾਲ ਫੜਨੀ ਆ ਅਤੇ ਤਲਵਾਰ ਦੁਸ਼ਮਣ ਉੱਤੇ ਕਿਸ ਹੱਥ ਨਾਲ ਚਲਾਣੀ ਆ। ਸਤਿਗੁਰੂ ਜੀ ਨੇ ਜੰਗ ਦੇ ਵਿੱਚ ਸਮਝਾਇਆ ਕਿ ਖੱਬੇ ਹੱਥ ਨਾਲ ਢਾਲ ਫੜੋ ਅਤੇ ਸੱਜੇ ਹੱਥ 'ਚ ਤਲਵਾਰ ਅਤੇ ਫਿਰ ਘੋੜੇ ਨੂੰ ਭਜਾ ਕੇ ਦੁਸ਼ਮਣ ਦੇ ਸਾਹਮਣੇ ਜਾ ਕੇ ਉਸ ਉੱਤੇ ਜ਼ੋਰ ਨਾਲ ਤਲਵਾਰ ਦਾ ਵਾਰ ਕਰਨਾ ਅਤੇ ਜੋ ਵਾਰ ਕਰੇ ਤਾਂ ਅੱਗੇ ਹੋ ਕੇ ਢਾਲ ਦੇ ਨਾਲ ਉਸ ਨੂੰ ਰੋਕ ਲੈਣਾ। ਲਾਲ ਚੰਦ ਨੇ ਆਗਿਆ ਪਾ ਕੇ ਇਸੇ ਤਰ੍ਹਾਂ ਹੀ ਕੀਤਾ ਤੇ ਇੱਕ ਮੀਰ ਖਾਂ ਪਠਾਨ ਉੱਤੇ ਜਾ ਹਮਲਾ ਕੀਤਾ।
ये वेख के भीखन खान ने मीर खान नूं ललकार के आख्या कि मारो इस खतरी नूं, ये तकड़ी तोलदा तोलदा मरन आया है। जद मीर खान ने वार किया तां हलवाई लाल चंद ने उस अपनी ढाल उत्ते रोक लिया ते फिर अपनी तलवार नाल ऐसा जोरदार वार किया कि मीर खान दा सिर धड़ दे नालों जुदा हो गया। एक कौतक वेख के भीखन खां ते नजाबत खां ने पठाणा नूं फटकार पाई कि खतरियां कोलों अजाई जान गवा रहे हो, क्यों नहीं तकड़े होके लड़दे। तां गुरमुख प्यारिओ, इस उपरंत सलाह करके हरिचंद मदकार साह अते सारे योधे इकट्ठे होके गुरु जी दे दल उत्ते आण पे। इन्हां दा टाकरा करन वास्ते अगों नंद चंद, साहिब चंद, दयाराम, संगोसा, जीत मल और गोपाल चंद, संत करपाल दास, गंगा राम ते महारी चंद अपने दल नूं लैके बैरी उत्ते सातरां दे वार करन लगे। मामा करपाल चंद ने कईयां बैरियां नूं धरती उत्ते लटा दिता। तां गुरमुख प्यारिओ, जीत मल राजा हरिचंद नाल जुट पिया। अगों संगू साह नजाबत खां नाल जुट पिया। अपने सातरां दे जौहर विखाउण लगे। जीत मल ने हरिचंद नूं एक बड़ा जोर दा तीर मारिया। उसने हरिचंद ने टाल दिता। जीत मल ने फिर ललकार के हरिचंद दे उत्ते एक होर तीर चलाया। इस तरह गुरमुख प्यारिओ, सतगुरु जी ने बड़ी ਸਿੰਘਾਂ ਦੇ उत्ते किरपा की। कई आदमियां सहित चंदलीए नूं मार के पठान थावां करके गुरु जी दे योधियां उत्ते आण पए। नजाबत खां ते संगोसा दोवें सूरमे आमो सामने हो गए। दोवें ही अपने आप नूं वड्डे योधे मनदे सी, इस करके पिछे पैर कोई नहीं सी करदा। इस तरह दोवें डट के ढाल तलवार नाल युद्ध करके एक दूजे दे वारां दे नाल दोवें शहीद हो गए। सतगुरु जी जो उस युद्ध नूं वेख रहे सन, उन्हां ने दोहरा उच्चारण किया, मार नजाबत खान को संगो जूझे जुझार, हाहा यह लैके भ्यो सूर लोक जयकार। हुण सतगुरु जी ने आप युद्ध विच जाना। गुरु गोबिंद सिंह महाराज जी ने हुण आप युद्ध दे विच जाना। ਸਿੰਘਾਂ ने बड़ा बेनती की, महाराज जी तुसीं ना जाओ, असीं हैगे आ। संगो साह नूं शहीद होया वेख के गुरु गोबिंद सिंह महाराज जी बड़े क्रोध नाल आप अगे होके एक जोर दा तीर मार के एक पठान नूं धरती उत्ते सुट दिता अते वो विचारा मुड़ उठे ही ना। दूसरा बाण एक होर पठान दे कंन नूं जा लगा। तीसरा तीर सतगुरु जी ने नमक हराम भीखन खां पठान ने सरदार नूं मारिया, जिस नाल भीखन खां दा घोड़ा मर गया ते ओह आप बच के भज गया। सरदार नूं भज्जा जांदा वेख के सारे पठान भज गए। उन्होंने देखा भी जो साडा सरदार ही भज गया तो हुण असीं पिछे रह के भी की करांगे। तां गुरमुख प्यारे सारी पठान पिछे भज गए अते नंद चंद दया राम ने सतगुरु जी नूं क्रोधवान वेख्या तां उन्हां ने हल्ला करके भजदे जांदे बहुत पठाणां नूं मौत दे घाट उतार दिता। तां गुरमुख प्यारिओ युद्ध जित के पौंटा साहिब वापस इत्थे कलगीधर पातशाह गुरु गोबिंद सिंह महाराज जी की बहुत वड्डी
ਜਿੱਤ ਹੋਈ। ਇਸ ਤਰ੍ਹਾਂ ਜਦ ਹਰੀ ਚੰਦ ਅਤੇ ਨਜਾਬਤ ਖਾਂ ਆਦਿਕ ਯੋਧੇ ਬਹੁਤ ਸਾਰੀ ਸੈਨਾ ਨਾਲ ਮਾਰੇ ਗਏ ਤਾਂ ਰਾਜਾ ਫਤਿਹ ਸ਼ਾਹ ਅਤੇ ਉਹਦੇ ਸਾਥੀ ਬਚੇ ਖੁਚੇ ਆਦਮੀਆਂ ਨੂੰ ਨਾਲ ਲੈ ਕੇ ਹਾਰ ਖਾ ਕੇ ਭੱਜ ਗਏ। ਗੁਰੂ ਜੀ ਆਪਣੇ ਯੋਧੇ ਦੀਆਂ ਲਾਸ਼ਾਂ ਨੂੰ ਇਕੱਠੇ ਕਰਕੇ ਉੱਥੇ ਹੀ ਸੰਸਕਾਰ ਕਰ ਦਿੱਤਾ। ਸੰਗੋ ਸਾਹ ਜੀਤਮੱਲ ਮ੍ਰਿਤਕ ਸਰੀਰਾਂ ਨੂੰ ਪਾਉਂਟਾ ਸਾਹਿਬ ਲੈ ਕੇ ਪਾਉਂਟਾ ਸਾਹਿਬ ਲੈ ਜਾ ਕੇ ਸਤਿਕਾਰ ਸਹਿਤ ਸੰਸਕਾਰ ਕੀਤਾ। ਪਹਾੜੀ ਆਪਣੇ ਮੁਰਦਿਆਂ ਦੀਆਂ ਲਾਸ਼ਾਂ ਨੂੰ ਅਤੇ ਫੱਟੜਾਂ ਨੂੰ ਉੱਥੇ ਹੀ ਛੱਡ ਕੇ ਭੱਜ ਗਏ। ਉੱਥੇ ਹੀ ਰੁਲਦੀਆਂ ਰਹੀਆਂ। ਗੁਰੂ ਜੀ ਨੇ ਜਿਹੜੇ ਆਪਣੇ ਸਿੰਘ ਸੀ ਉਹ ਸ਼ਹੀਦ ਹੋਏ। ਉਹ ਪਾਉਂਟਾ ਸਾਹਿਬ ਦੀ ਧਰਤੀ ਤੇ ਉੱਥੇ ਉਹਨਾਂ ਦਾ ਸੰਸਕਾਰ ਕੀਤਾ। ਹੁਣ ਬੁੱਧੂ ਸ਼ਾਹ ਨੂੰ ਸਿਰਪਾਓ ਤੇ ਬਖਸ਼ਿਸ਼ ਜਦੋਂ ਜੰਗ ਜਿੱਤੀ, ਦੂਸਰੇ ਦਿਨ ਦੀਵਾਨ ਕਰਕੇ ਸਤਿਗੁਰੂ ਜੀ ਨੇ ਸਭ ਯੋਧਿਆਂ ਦਾ ਜਥਾਯੋਗ ਸਨਮਾਨ ਕੀਤਾ। ਪੀਰ ਬੁੱਧੂ ਸ਼ਾਹ ਜੀ ਦੇ 2 ਪੁੱਤਰ ਅਤੇ ਕਈ ਮੁਰੀਦ ਇਸ ਜੰਗ ਵਿੱਚ ਸ਼ਹੀਦ ਹੋ ਗਏ ਸਨ। ਉਸ ਨਾਲ ਸਤਿਗੁਰੂ ਜੀ ਨੇ ਅਫਸੋਸ ਕੀਤਾ। ਪੀਰ ਬੁੱਧੂ ਸ਼ਾਹ ਨਾਲ ਅਫਸੋਸ ਕੀਤਾ ਤੇ ਸਨਮਾਨ ਕਰਕੇ ਉਸ ਨੂੰ ਆਪਣੀ ਦਸਤਾਰ ਦਿੱਤੀ ਤੇ ਗੁਰਮੁਖ ਪਿਆਰੇ ਇੱਕ ਕੰਘਾ। ਮਹਾਰਾਜ ਜੀ ਕਹਿੰਦੇ ਮੰਗ ਕੀ ਮੰਗਣਾ ਤੇ ਤੋਂ ਬੜੇ ਖੁਸ਼ ਹਾਂ। ਉਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿਰ ਨੂੰ ਕੰਘਾ ਕਰਦੇ ਸੀ, ਜਿਹੜਾ ਲੱਕੜ ਦਾ ਕੰਘਾ ਆਪਣੇ ਲੱਗਿਆ ਹੁੰਦਾ ਸਿਰ ਕੇਸਾਂ 'ਚ ਕੰਘਾ ਕਰ ਰਹੇ ਸੀ। ਮਹਾਰਾਜ ਜੀ ਕਹਿੰਦੇ ਮੰਗ ਕੀ ਮੰਗਣਾ ਤੇ ਤੋਂ ਅਸੀਂ ਬੜੇ ਪ੍ਰਸੰਨ, ਬੜੇ ਖੁਸ਼ ਹਾਂ। ਤਾਂ ਗੁਰਮੁਖ ਪਿਆਰਿਓ, ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਜਿਹੜਾ ਕੰਘਾ ਕਰ ਰਹੇ ਹੋ, ਕੰਘਾ ਤੇ ਕੇਸ ਦੇ ਦਿਓ। ਉਹ ਕੰਘਾ ਵੀ ਤੇ ਉਹ ਕੇਸ ਵੀ ਅੱਜ ਤੱਕ ਸਾਂਭ ਕੇ ਰੱਖੇ ਹੋਏ ਨੇ। ਆਖੋ ਸਤਨਾਮ। ਜਿਹੜੀ ਪੀਰ ਬੁੱਧੂ ਸ਼ਾਹ ਦੇ ਅੱਗੇ ਕੁੱਲ ਚਲੀ ਜਾਂਦੀ ਹੈ ਨਾ, ਉਹਨਾਂ ਕੋਲ ਇਹ ਸਾਂਭ ਕੇ ਰੱਖੇ ਹੋਏ ਨੇ। ਆਪਣੀ ਦਸਤਾਰ ਤੇ ਕੰਘਾ ਜਿਸ ਵਿੱਚ ਆਪ ਜੀ ਦੇ ਪਵਿੱਤਰ ਕੇਸ ਸਨ, ਯਾਦਗਾਰ ਵਜੋਂ 5000 ਰੁਪਈਆ ਮਰੀਦਾਂ ਨੂੰ ਇਨਾਮ ਦੇਣ ਵਾਸਤੇ ਬਖਸ਼ਿਸ਼ ਕੀਤਾ ਅਤੇ ਫਰਮਾਇਆ ਇਸ ਸਾਡੀ ਯਾਦਗਾਰ ਨੂੰ ਸੰਭਾਲ ਕੇ ਰੱਖੋ। ਜਦ ਖਾਲਸੇ ਦਾ ਰਾਜ ਹੋਵੇਗਾ ਤਾਂ ਇਹ ਤੇਰੀ ਅੰਸ ਵੰਸ ਦੇ ਕੰਮ ਆਵੇਗਾ। ਇਸ ਤਰ੍ਹਾਂ ਆਪ ਜੀ ਦੀਆਂ ਖੁਸ਼ੀਆਂ ਲੈ ਕੇ ਪੀਰ ਜੀ ਵਾਪਸ ਸੰਢੌਰੇ ਨੂੰ ਆ ਗਏ। ਪੀਰ ਜੀ ਦੀ ਇਸ ਪਵਿੱਤਰ ਯਾਦਗਾਰ ਨੂੰ ਵਿਰੋਧੀਆਂ ਦੇ ਹੱਲੇ ਗੁੱਲੇ ਤੋਂ ਬਚਾ ਕੇ ਰੱਖਣ ਵਾਸਤੇ ਸੰਦੂਖੜੀ ਦੇ ਵਿੱਚ ਬੰਦ ਕਰਕੇ ਕੰਧ ਵਿੱਚ ਚਿਣਵਾ ਦਿੱਤੀ ਸੀ। ਇਹ ਜਿਹੜੀਆਂ ਵਸਤੂਆਂ ਦਿੱਤੀਆਂ ਸੀ ਮਹਾਰਾਜ ਜੀ ਨੇ, ਇਹ ਸੰਦੂਖੜੀ ਦੇ ਵਿੱਚ ਰੱਖ ਕੇ ਕੰਧ ਦੇ ਵਿੱਚ ਚਿਣਵਾ ਦਿੱਤੀ ਸੀ। ਅਤੇ ਕੰਧ ਦੇ ਡਿੱਗਣ ਕਰਕੇ ਖਾਲਸਾ ਰਾਜ ਦੇ ਸਮੇਂ ਇਹ ਚੀਜ਼ਾਂ ਪ੍ਰਗਟ ਹੋਈਆਂ। ਆਖੋ ਸਤਨਾਮ। ਅਤੇ ਸਿੱਖ ਸਰਦਾਰਾਂ ਨੇ ਬੁੱਧੂ ਸ਼ਾਹ ਦੇ ਵਾਰਸਾਂ ਨੂੰ ਬਹੁਤ ਸਾਰਾ ਧਨ ਅਰਪਣ ਕੀਤਾ। ਅੱਗੇ ਯੋਧਿਆਂ ਨੂੰ ਬਖਸ਼ਿਸ਼ ਸੰਤ ਕਿਰਪਾਲ ਚੰਦ ਮਹੰਤ ਨੂੰ ਉਸਦੀ ਸੂਰਮਤਾਈ ਉੱਤੇ ਸਤਿਗੁਰੂ ਜੀ ਨੇ ਸ਼ਾਬਾਸ਼ ਦਿੱਤੀ ਅਤੇ ਸਰਪਾਉ ਵਜੋਂ ਆਪਣੀ ਅੱਧੀ ਦਸਤਾਰ ਪਾੜ ਕੇ ਦਿੱਤੀ। ਕਿਰਪਾਲ ਦਾਸ ਨੂੰ ਆਪਣੀ ਅੱਧੀ ਦਸਤਾਰ ਸਰਪਾਉ ਵਜੋਂ ਪਾੜ ਕੇ ਦਿੱਤੀ, ਜੋ ਮਹੰਤ ਨੇ ਆਪਣੇ ਕੁੱਲੇ ਉੱਤੇ ਬੰਨ੍ਹ ਲਈ। ਦਿਆ ਰਾਮ ਪ੍ਰੋਤ ਨੂੰ ਆਪ ਜੀ ਨੇ ਪ੍ਰਸੰਨ ਹੋ ਕੇ ਆਪਣੀ ਢਾਲ ਬਖਸ਼ੀ ਅਤੇ ਇੱਕ ਪਟਾ ਲਿਖ ਕੇ ਦਿੱਤਾ ਕਿ ਜਿਹੜਾ ਇਸ ਢਾਲੇ ਦੇ ਦਰਸ਼ਨ ਕਰਕੇ ਉਸ ਦੀ ਪੂਜਾ ਕਰੇਗਾ ਉਹ ਮਨ ਬਾਂਸਤ ਫਲ ਪਾਵੇਗਾ। ਫਿਰ ਆਪ ਜੀ ਨੇ
अपने भूआ दे पुत्रा, फिर आप जी ने अपने भूआ दे पुत्रा जीत मल ते संगो साह, ये गुरु गोबिंद सिंह महाराज जी दे भूआ दे पुत्र सन। जीत मल ते संगो साह दे शहीद होने का उन्होंने भरावां महारी चंद ते गुलाब चंद ते गंगा राम नाल एक बहुत अफसोस किया ते बड़ी कीमती जेवर अते बहुत धन दे अते दुसाले आदਿਕ सरपाव वजों तिन्ना भरावां नूं दिते। उपरंत जथा जोग सरपाव ते इनाम आप जी ने होर सारे योद्धियां नूं बख्शिश कीते अते कायरां नूं अपने दिलों विचों बाहर कढ दिता। जिहड़े कायर सी डरदे सी उन्हां नूं अपने दिलों बाहर कढ दिता। योद्धियां दे मन दा उत्साह इस जित नाल गुरु गोबिंद सिंह महाराज जी दे योद्धियां सूरमियां दे बहुत दिल वध गए। ढाडियां पासों सूरमे दियां बारां सुन के सिंह बहुत मारा वकारा करके सतगुरु जी नूं सुणाउंदे कि हुक्म होवे तां हुण असीं नगर नूं लुट के फतेह साह नूं फड़ के आप जी दे चरनां विच लईए। 22 धार दे राजियां नूं जित के फिर तुर्कां दे पहाड़ हेठले देश नूं खो लवांगे। इस इलाके नूं जित के फिर लाहौर नूं लुट के दिल्ली मारांगे। पर जे सतगुरु जी दे दूर इलाकिਆਂ नूं सर करन वास्ते हुक्म ना देणगे तां फिर असीं पौंटे तो आनंदपुर तक अपना राज कायम करांगे। सतगुरु जी ने इन्हां दे अजिहे वाक सुन के आखिया कि अजे समा नहीं है, कुछ धीरज करो, शांति रखो, तुहानूं सारी धरती का राज लैके देवांगे। चिंता ना करो महाराज जी। गुरु गोबिंद सिंह महाराज जी कहते तुहानूं सारी धरती का राज लैके देवांगे। अकाल पुरख तुहाडे सहाई होणगे। अपने गुरमुख धर्म ते कायम रहो। जिस कारज वास्ते असीं आए हाँ वो विशेष करना ही करना। महाराज जी कहते जो कारज वास्ते सतगुरु ने सानू भेजिया है वो काम असीं करना ही करना है। सतगुरु जी दे वाक सुन के वचन सुन के सिखां ने बेनती की महाराज जी होर कुछ नहीं तां अपने नेड़े तेड़े दे किलियां नूं युद्ध नाल जित के काबू कर लईए तां फिर साडे अगे कोई आड़ नहीं सकेगा। फिर कोई साडे अगे अड़ेगा नहीं। हुण गुरमुख प्यारे पौंटा साहिब तो आनंदपुर साहिब नूं आउण दी तैयारी कर लई। इसी भगड़ाणी दा युद्ध जिहड़ा पहला युद्ध होया ते जिहदे विच बहुत वड्डी फतेह हासिल कीती, जित दे नगारे वजे ते गुरु गोबिंद सिंह महाराज जी दी बहुत वड्डी जित हुई। इधर गिणती दे सिंह सी, उधर गुरमुख प्यारिओ 22 धार दे राजे लखां दी गिणती दे विच उन्हां नाल बंदे सन। इत्थे फतेह प्राप्त करके हुण आनंदपुर साहिब नूं तैयारी। फतेह वाहिगुरू पौंटा साहिब तो दोबारा आनंदपुर साहिब नूं वापस आउणा। सिखां दे पासों इस तरह उत्साह वाले वचन सुन के सतगुरु जी ने विचारिया कि जित की खुशी करके हुण आराम नाल टिक नहीं सकते, जरूर दंगा फसाद करनगे। इस वास्ते इन्हां नूं हुण आनंदपुर ही लै चलीए, उत्थे जाके इन्हां नूं शांति आवेगी। महाराज जी कहते जे इन्हां नूं हुण रखांगे ये नहीं पता भी किहड़े राजे नूं मार देणे है, किहड़े उत्ते चढ़ाई कर देण, किहनूं खड़का देना। फिर हुण गुरमुख प्यारे इत्थे विचार बना ली भी हुण इन्हां नूं आनंदपुर साहिब नूं ही लै चलीए, उत्थे जाके इन्हां नूं शांति आवेगी। ये विचार करके सतगुरु जी ने फरमाया कहते चलो हुण सब तो पहला अपने नगर आनंदपुर साहिब नूं संभालीए, फिर जो होगा फिर वेखांगे। सिखां ने ये हुक्म सुन के बहुत जकारे गुंजाए ते गुरु जी ने तैयारी
ਦਾ ਹੁਕਮ ਦੇ ਕੇ ਰਣਜੀਤ ਨਗਾਰੇ ਦੇ ਉੱਤੇ ਚੋਟ ਲਵਾ ਦਿੱਤੀ ਤਾਂ ਗੁਰਮੁਖ ਪਿਆਰਿਓ ਰਣਜੀਤ ਨਗਾਰਾ ਵਜਾਇਆ ਗਿਆ। ਹੁਣ ਨਾਹਣ ਤੋਂ ਆਨੰਦਪੁਰ ਸਾਹਿਬ ਨੂੰ ਤਾਂ ਗੁਰਮੁਖ ਪਿਆਰਿਓ ਪੌਂਟੇ ਤੋਂ ਯੁੱਧ ਜਿੱਤ ਕੇ ਛੇਤੀ ਹੀ ਵਾਪਸ ਆਨੰਦਪੁਰ ਸਾਹਿਬ ਪਹੁੰਚ ਗਏ। ਉੱਥੋਂ ਦੀ ਤਕੜਾਈ ਕਰ ਲੈਣ ਤੋਂ ਸਤਿਗੁਰੂ ਜੀ ਦਾ ਭਾਵ ਇਹ ਪ੍ਰਤੀਤ ਹੁੰਦਾ ਕਿ ਪੌਂਟਾ ਸਾਹਿਬ ਤੋਂ ਹਾਰ ਖਾ ਕੇ ਖਿਜਿਆ ਹੋਇਆ ਭੀਮ ਚੰਦ ਤੇ ਉਸ ਦੇ ਹੋਰ ਸਾਥੀ ਸਾਡੀ ਗੈਰ ਹਾਜ਼ਰੀ ਵਿੱਚ ਆਨੰਦਪੁਰ ਸਾਹਿਬ ਦੇ ਉੱਤੇ ਕਬਜ਼ਾ ਨਾ ਕਰ ਲੈਣ ਅਤੇ ਫਿਰ ਸਾਨੂੰ ਆਪਣਾ ਨਗਰ ਉਹਨਾਂ ਤੋਂ ਛੁਡਾਉਣ ਵਾਸਤੇ ਲੜਾਈ ਨਾ ਕਰਨੀ ਪਵੇ। ਇਸ ਤਰ੍ਹਾਂ ਯੋਧਿਆਂ ਦੇ ਉਤਾਵਲੇ ਪੰਨ ਨੂੰ ਠੰਡਾ ਕਰਨ ਵਾਸਤੇ ਆਨੰਦਪੁਰ ਦੀ ਸੰਭਾਲ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਔਰ ਸਾਰੇ ਘਰ-ਬਾਰ ਦੀ ਪੂਰੀ ਤਿਆਰੀ ਕਰਕੇ ਪੌਂਟੇ ਤੋਂ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਤੁਰਨ ਸਮੇਂ ਸਤਿਗੁਰੂ ਜੀ ਨੇ ਰਣਜੀਤ ਨਗਾਰੇ ਵਜਾਏ ਤੇ ਬੜੇ ਜ਼ੋਰ ਨਾਲ ਚੋਟਾਂ ਮਾਰ ਕੇ ਨੇੜੇ ਤੇੜੇ ਦੇ ਸਾਰੇ ਪਹਾੜੀ ਇਲਾਕੇ ਵਿੱਚ ਗੂੰਜ ਪਾ ਦਿੱਤੀ। ਐਸਾ ਨਗਾਰਾ ਸੀ ਜਿਹੜਾ ਰਣਜੀਤ ਨਗਾਰਾ। ਹੁਣ ਜਿੱਤ ਦੇ ਨਗਾਰੇ ਵੱਜਦੇ ਹੋਏ ਸਾਰੇ ਇਲਾਕੇ ਵਿੱਚ ਗੂੰਜ ਪਾ ਦਿੱਤੀ। ਪਹਿਲਾਂ ਨਾਗਰੇ ਦੀ ਤੁਕਾਰ ਹੋਵੇ ਅਤੇ ਪਿੱਛੋਂ ਪਹਾੜੀ ਦੂਨਾਂ ਦੀ ਗੁੰਜਾਰ ਨਾਲ ਕਮਜ਼ੋਰਾਂ ਦੇ ਦਿਲ ਹਿੱਲ ਗਏ। ਜਦੋਂ ਵੱਜਿਆ ਰਣਜੀਤ ਨਗਾਰਾ ਨਾ ਤਾਂ ਪਹਾੜੀ ਰਾਜਿਆਂ ਦੇ ਦਿਲ ਹਿੱਲ ਗਏ, ਡਰ ਗਏ ਵੀ ਕਿਤੇ ਇੱਧਰ ਸਾਡੇ ਕਣੀ ਨੂੰ ਆ ਰਹੇ ਨੇ। ਤਾਂ ਗੁਰਮੁਖ ਪਿਆਰਿਓ ਪਹਾੜੀ ਰਾਜੇ ਫਿਰ ਡਰ ਕੇ ਇਕੱਠੇ ਹੋ ਕੇ ਸਲਾਹ ਕਰਨ ਲੱਗੇ ਕਿ ਹੁਣ ਗੁਰੂ ਜੀ ਸਾਡਾ ਰਾਜ ਹੀ ਨਾ ਖੋਹ ਲੈਣ। ਪਰ ਪਿੱਛੋਂ ਜਦ ਇਹਨਾਂ ਨੂੰ ਆਪਣੇ ਆਦਮੀ ਰਾਹੀਂ ਪਤਾ ਲੱਗਾ ਕਿ ਗੁਰੂ ਜੀ ਤਾਂ ਹੁਣ ਆਨੰਦਪੁਰ ਸਾਹਿਬ ਨੂੰ ਜਾ ਰਹੇ ਹਨ ਤੇ ਫਿਰ ਉਹਨਾਂ ਨੂੰ ਸੁੱਖ ਦਾ ਸਾਹ ਆਇਆ। ਨਹੀਂ ਤਾਂ ਡਰ ਗਏ ਸੀ ਦੁਬਾਰਾ ਫਿਰ ਵੀ ਹੁਣ ਫੇਰ ਖੜਕਾਣਗੇ ਮਹਾਰਾਜ। ਫੱਟੜ ਸਿੰਘਾਂ ਦੀ ਮੱਲਮ ਪੱਟੀ ਕਰਦੇ ਕਰਾਉਂਦੇ ਗੁਰੂ ਜੀ ਨੇ ਆਪਣੇ ਡੇਰੇ ਨੂੰ ਲੈ ਕੇ ਹੌਲੀ ਹੌਲੀ ਤੁਰੇ ਜਾ ਰਹੇ ਸਨ। ਜਿੱਥੇ ਪਿੰਡ ਦੇ ਪਾਸ ਖੁੱਲੀ ਥਾਂ ਗੁਰੂ ਜੀ ਡੇਰਾ ਲਾ ਕੇ ਰਾਤ ਦਾ ਵਿਸ਼ਰਾਮ ਕਰਦੇ ਸਨ। ਪਿੰਡਾਂ ਦੇ ਲੋਕ ਅੰਨ ਦਾਣੇ ਤੇ ਦੁੱਧ ਆਦਿਕ ਹਰ ਪ੍ਰਕਾਰ ਦੀ ਸੇਵਾ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਸਨ। ਜਦ ਗੁਰੂ ਜੀ ਸੰਢੌਰੇ ਤੋਂ ਲੰਘ ਗਏ ਤਾਂ ਨਾਹਣ ਦੇ ਰਾਜਾ ਮੇਦਨੀ ਪ੍ਰਕਾਸ਼ ਆਪਣੇ ਵਕੀਲ ਨੂੰ ਭੇਜ ਕੇ ਬੇਨਤੀ ਕੀਤੀ ਕਿ ਮੈਨੂੰ ਤੁਹਾਡੇ ਦਰਸ਼ਨ ਕਰਨ ਦਾ ਸਮਾਂ ਨਹੀਂ ਮਿਲਿਆ, ਕਿਰਪਾ ਕਰਕੇ ਲਾਹੜਪੁਰ ਪਿੰਡ ਦੇ ਨੇੜੇ 2-3 ਦਿਨ ਬਾਅਦ ਤੇ ਡੇਰਾ ਕਰ ਲਵੋ, ਮੈਂ ਆਣ ਕੇ ਦਰਸ਼ਨ ਕਰਕੇ ਤੁਹਾਡੀਆਂ ਖੁਸ਼ੀਆਂ ਲੈ ਲਵਾਂ। ਜਦ ਫਿਰ ਤੁਸੀਂ ਅੱਗੇ ਜਾਣਾ ਜਾ ਸਕਦੇ ਹੋ। ਰਾਜੇ ਦੀ ਬੇਨਤੀ ਪ੍ਰਵਾਨ ਕਰਕੇ ਸਤਿਗੁਰੂ ਜੀ ਨੇ ਉੱਥੇ ਦਰਖਤਾਂ ਦੀ ਛਾਂ ਅਤੇ ਪਹਾੜੀ ਪਾਣੀ ਦਾ ਨਾਲਾ ਦੇਖ ਕੇ ਡੇਰਾ ਕਰ ਲਿਆ। ਦੂਸਰੇ ਦਿਨ ਸਤਿਗੁਰੂ ਜੀ ਨੇ ਨੰਦ ਚੰਦ ਦੀ ਅਗਵਾਈ ਹੇਠਾਂ ਥੋੜੇ ਜਿਹੇ ਯੋਧੇ ਪਾਸ ਰੱਖ ਕੇ ਬਾਕੀ ਦਾ ਸਾਰਾ ਡੇਰਾ ਔਰ ਫਟੜਾ ਸਹਿਤ ਮਾਮਾ ਕਿਰਪਾਲ ਚੰਦ ਦੀ ਅਗਵਾਈ ਵਿੱਚ ਬਾਕੀ ਸਾਰਿਆਂ ਨੂੰ ਆਨੰਦਪੁਰ ਸਾਹਿਬ ਭੇਜ ਦਿੱਤਾ ਤੇ ਕੁਝ ਸਿੰਘ ਤੇ ਮਹਾਰਾਜ ਜੀ ਰਾਜੇ ਦੀ ਬੇਨਤੀ ਨੂੰ ਮੰਨ ਕੇ ਉੱਥੇ ਰੁਕ ਗਏ। ਤਾਂ ਗੁਰਮੁਖ ਪਿਆਰਿਓ ਸਤਿਗੁਰੂ ਜੀ ਨਾਹਣ ਪਤੀ ਨੂੰ ਲਗਾਤਾਰ 12 ਸਾਲ ਉਡੀਕਦੇ ਰਹੇ। ਸਤਿਗੁਰੂ ਜੀ ਨਾਹਣ ਪਤੀ ਨੂੰ ਲਗਾਤਾਰ 12 ਸਾਲ ਉਡੀਕਦੇ ਰਹੇ, ਪਰ ਉਹ ਦੂਜੇ ਪਹਾੜੀਆਂ ਤੋਂ ਡਰਦਾ
गुरु जी नूं आप तां मिलन ना आया, पर अपने वजीर नूं रोज़ गुरु जी पास अजकल आउण दा करार करके भेजदा रहा। अंत नूं राजे ने अपने वजीर नूं सतगुरु जी पास बहुत प्रकार की भेटा दे के भेज दिता ਅਤੇ आप हाजिर ना होण सकण दी माफ़ी मंग लई। ते सतगुरु जी ने वजीर नूं कहा कि राजा दूजे डेरिਆਂ ਤੋਂ डर गया, ਉਹ ਦੂਜਿਆਂ ਰਾਜਿਆਂ ਤੋਂ डर गया, उसने सानू ना मिल के चंगा नहीं किया। महाराज जी कहते सानू ना मिल के चंगा नहीं किया, पहला सानू रोक लिया तो मुड़ के सानू मिलिया नहीं, ये चंगी गल नहीं की। जिथे सतगुरु जी ने 12 दिन डेरा करके राजे नहाण की उडीक की, उत्थे अज गुरुद्वारा टोटा साहिब विद्यमान है, वाहिगुरू विराजमान है टोटा साहिब। इत्थे भी संगतां नूं असीं दर्शन करवा के लैके असीं, ये पहाड़ियां दे विच ही पै जांदा टोटा साहिब। इस दे नेड़े एक रंगड़ा दा ਅਤੇ एक फकीरां दा पिंड सी। रंगड़ा ने सतगुरु जी दे डेरे दे 2 ऊठ चरा लए सन, जो फकीरां दी सहायता नाल रंगड़ा दे घरां दी तलाशी लैके गुरु जी ने वापस लै लए। इस करके रंगड़ा दे पिंड दा नाम सतगुरु जी ने टोटा ते फकीरां दे पिंड दा नाम लाहा रख के वर दिता। रंगड़ सदा घाटे विच रहणगे ते फकीर सदा लाह विच रहणगे। सो सतगुरु जी दे वाक वचन अटल होए, कथन किए जाते हैं। हुण राजे नूं 12 दिन ढीक के सतगुरु जी आनंदपुर साहिब नूं वापस चल पे। रास्ते विच गुरमुख प्यारे एक रायपुर सी, उत्थों दी राणी ने सतगुरु जी नूं बड़ी सरदा ते भावना नाल अपने पास एक रात डेरा करा के बड़ी सेवा की। महाराज जी दूसरे दिन राणी ने अपने किले च सतगुरु जी नूं प्रसाद पानी छकाया। प्रसाद पानी छक के आप जी ने चूल्हा कर लिया ते राणी ने रुपईया की थैली सतगुरु जी नूं भेटा करके मत्था टेकिया ते अपने पुत्र दा हथ फड़ के सतगुरु जी दे चरनां ते ला दिता। हुण सतगुरु जी ने खुश हो के असीस दिती कि राणी नूं आख्या कि इहदे सिर ते केस रखो अते इसनूं शास्त्र विद्या विच निपुण करो, शास्त्र विद्या सिखाओ। राणी ने हाथ जोड़ के बेनती की, महाराज जी तुर्क राज का बड़ा जोर है, वो मेरे पुत्र दे सिर ते केस वेख के कोई बेनाह ना कर देण। सतगुरु जी ने फरमाया, कहते डरो ना, इन्हां तुर्कां दा थोड़े दिनां दा ही राज है, जे इसदा तुसी सिंह नाम रख दिओ तां साडे पंथ दा राज होवेगा। जदों तुहाडी वंश बड़ा वधे फुलेगा ते तुहाडा राज ज्यों दा त्यों ही बनिया रहेगा अते खालसे नाल मिल के तुहानूं सारे सुखां दी प्राप्ति होवेगी। फिर सतगुरु जी ने खुश हो के अपनी एक ढाल ते तलवार राणी दे पुत्र नूं दित्ती ते हुक्म किया कि इन्हां नूं पवित्र स्थान ते रख के सत्कार दे नाल फुल धूप अते पूजा करनी। जद कदे कोई भीड़ पवे तां कड़ा प्रसाद इन्हां अगे रख के अरदास करनी। सब आप दा मिट जाएगी ते तुहाडी इच्छा पूरी हो जाएगी, गुरु तुहाडा राखा होवेगा। राणी ने बड़े सत्कार दे नाल सतगुरु जी तो शास्त्र लैके मत्था टेकिया अते अपने पुत्र दे सिर सुहाग के सुंदर पलंग उत्ते
ਵਸਾਉਣਾ ਵਸਾ ਕੇ ਉੱਪਰ ਰੱਖ ਦਿੱਤੇ। ਇਸ ਤਰ੍ਹਾਂ ਰਾਣੀ ਨੂੰ ਵਰਦਾਨ ਦੇ ਕੇ ਸਤਿਗੁਰੂ ਜੀ ਕੂਚ ਕਰਕੇ ਕੀਰਤਪੁਰ ਪਹੁੰਚ ਗਏ। ਸਤਿਗੁਰੂ ਜੀ ਹੁਣ ਕੀਰਤਪੁਰ ਪਹੁੰਚ ਗਏ। ਕੀਰਤਪੁਰ ਤੋਂ ਆਨੰਦਪੁਰ ਪਹੁੰਚਣਾ। ਸਤਿਗੁਰੂ ਜੀ ਰਾਏਪੁਰ ਤੋਂ ਚੱਲ ਕੇ ਹੌਲੀ ਹੌਲੀ ਡੇਰਾ ਕਰਦੇ, ਸੰਗਤਾਂ ਦੀਆਂ ਅਨੇਕਾਂ ਪ੍ਰਕਾਰ ਦੀਆਂ ਮਨੋਕਾਮਨਾ ਪੂਰੀਆਂ ਕਰਦੇ। ਵਸਤਰ, ਦੁੱਧ, ਦਹੀਂ, ਦਾਣਾ ਆਦਿਕ ਭੇਟਾਂ ਲੈ ਕੇ ਉਹਨਾਂ ਨੂੰ ਨਿਹਾਲ ਕਰਦੇ ਹੋਏ ਕੀਰਤਪੁਰ ਪਹੁੰਚ ਗਏ। ਕੀਰਤਪੁਰ ਆਪ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਥਾਨ ਤੇ ਦੀਵਾਨ ਲਗਾਇਆ। ਰਬਾਬੀਆਂ ਨੇ ਕੀਰਤਨ ਕੀਤਾ। ਆਈਆਂ ਸੰਗਤਾਂ ਨੂੰ ਕੜਾਹ ਪ੍ਰਸਾਦ ਦੇ ਖੁੱਲੇ ਗੱਫੇ ਵਰਤਾਏ ਗਏ। ਬਾਬਾ ਸੂਰਜਮਲ ਜੀ ਦੋਵੇਂ ਪੋਤਰੇ ਗੁਲਾਬ ਰਾਏ ਤੇ ਸਾਮ ਸਿੰਘ ਬੜੇ ਉਤਸ਼ਾਹ ਨਾਲ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਉਹਨਾਂ ਨੇ ਜਥਾ ਸਖਤ ਸੇਵਾ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਜਦ ਉਹਨਾਂ ਦੋਵਾਂ ਭਰਾਵਾਂ ਨੇ ਬੇਨਤੀ ਕੀਤੀ ਕਿ ਤੁਹਾਡੇ ਤੋਂ ਬਿਨਾਂ ਅਸੀਂ ਇੱਥੇ ਉਦਾਸ ਹੀ ਰਹੇ ਹਾਂ, ਤਾਂ ਆਪ ਜੀ ਨੇ ਕਿਹਾ ਕਿ ਹੁਣ ਅਸੀਂ ਆਪਣੇ ਨਗਰ ਆਨੰਦਪੁਰ ਸਾਹਿਬ ਨਿਵਾਸ ਕਰ ਲਿਆ ਹੈ, ਤੁਹਾਡੇ ਪਾਸ ਹੀ ਰਹਿਣਾ ਹੈ। ਰਾਤ ਇੱਥੇ ਵਿਸਰਾਮ ਕਰਕੇ ਦੂਜੇ ਦਿਨ ਸਤਿਗੁਰੂ ਜੀ ਆਨੰਦਪੁਰ ਸਾਹਿਬ ਪਹੁੰਚ ਗਏ। ਆਪ ਜੀ ਦਾ ਆਉਣਾ ਸੁਣ ਕੇ ਆਨੰਦਪੁਰ ਦੇ ਲੋਕਾਂ ਨੇ ਬਹੁਤ ਖੁਸ਼ੀਆਂ ਮਨਾਈਆਂ ਅਤੇ ਦੀਪਮਾਲਾ ਕੀਤੀ। ਸਤਿਗੁਰੂ ਜੀ ਨੇ ਹਜ਼ਾਰਾਂ ਰੁਪਏ ਦਾ ਕੜਾਹ ਪ੍ਰਸਾਦ ਤਿਆਰ ਕਰਕੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਹੋਰੇ ਤੇ ਦਰਸ਼ਨ ਕਰਕੇ ਸੰਗਤਾਂ ਵਿੱਚ ਵਰਤਾਇਆ। ਹਜ਼ਾਰਾਂ ਮਾਈ ਭਾਈ ਖੁਸ਼ੀਆਂ ਨਾਲ ਭੇਟਾਂ ਲੈ ਕੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਤੇ ਉਹਨਾਂ ਨੇ ਭੰਗਾਣੀ ਦੇ ਯੁੱਧ ਦੀ ਜਿੱਤ ਦੇ ਹਾਲਾਤ ਸੁਣ ਕੇ ਖੁਸ਼ੀਆਂ ਮਨਾਈਆਂ। ਤਾਂ ਸਤਿਗੁਰੂ ਜੀ ਦੇ ਦੇਹੋਰੇ ਤੇ ਮੱਥਾ ਟੇਕ ਕੇ ਕੜਾਹ ਪ੍ਰਸਾਦ ਵਰਤਾ ਕੇ ਫਿਰ ਗੁਰੂ ਜੀ ਆਪਣੇ ਘਰ ਆਏ। ਅੱਗੋਂ ਦੋਹਾਂ ਮਹਿਲਾਵਾਂ ਮਾਤਾ ਜੀਤੋ ਜੀ ਤੇ ਮਾਤਾ ਸੁੰਦਰੀ ਜੀ ਨੇ ਆਪ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਤੇ ਸਰੀਰ ਦੀ ਸੁੱਖ ਸਾਂਦ ਪੁੱਛੀ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ। ਮਾਤਾ ਜੀ ਨੇ ਪਿਆਰ ਦਿੱਤਾ ਤੇ ਗਲ ਦੇ ਨਾਲ ਲਾਇਆ, ਸਿਰ ਮੂੰਹ ਚੁੰਮਿਆ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਗੁਜਰ ਕੌਰ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਦੇ ਵਿੱਚ ਆਏ ਤਾਂ ਗੁਰਮੁਖ ਪਿਆਰੇ ਮਾਤਾ ਜੀ ਨੇ ਆਪਣੇ ਗਲ ਦੇ ਨਾਲ ਲਾਇਆ ਅਤੇ ਮੱਥਾ ਚੁੰਮਿਆ, ਮੂੰਹ ਚੁੰਮਿਆ ਤੇ ਸੀਸਾਂ ਦਿੱਤੀਆਂ। ਪਿਛਲੇ ਪਹਿਰ ਸਤਿਗੁਰੂ ਜੀ ਨੇ ਸ਼ਸਤਰ ਬਾਤਰ ਸਜਾ ਕੇ ਦੀਵਾਨ ਵਿੱਚ ਸੰਗਤਾਂ ਨੂੰ ਦਰਸ਼ਨ ਦਿੱਤੇ। ਗੁਰੂ ਜੀ ਦੇ ਯੋਧੇ ਵੀ ਸਾਰੇ ਸ਼ਸਤਰ ਧਾਰੀ ਹੋ ਕੇ ਦੀਵਾਨ ਵਿੱਚ ਸਜ ਕੇ ਦੂਰ ਦੂਰ ਤੋਂ ਸੰਗਤਾਂ ਸੁਣ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗੀਆਂ ਤੇ ਆਪੋ ਆਪਣੀਆਂ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਅਰਪਣ ਕਰਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਕੇ ਧੰਨ ਭਾਗ ਸਮਝਦੀਆਂ। ਸੰਧਿਆ ਦੇ ਸਮੇਂ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਕੜਾਹ ਪ੍ਰਸਾਦ ਦੀ ਦੇਗ ਵਰਤਾ ਕੇ ਸਤਿਗੁਰੂ ਜੀ ਫਿਰ ਵਿਸਰਾਮ ਕਰਨ ਵਾਸਤੇ ਅਤੇ ਆਪਣੇ ਮਹਿਲਾਂ ਵਿੱਚ ਜਾ ਬਰਾਜਦੇ। ਇਸ ਪ੍ਰਕਾਰ ਨਿਤਾ ਪ੍ਰਤੀ ਰੋਜ਼ ਦੀਵਾਨ ਲੱਗਦਾ ਤੇ ਸੰਗਤਾਂ ਉਪਦੇਸ਼ ਲੈ ਕੇ ਨਿਹਾਲ 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 ਹੁੰਦੇ। ਆਓ ਬਾਕੀ ਵਿਚਾਰਾ ਕਰਾਂਗੇ ਕੱਲ ਨੂੰ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ। ਅੱਗੋਂ ਵਾਸਤੇ ਸਿਰ ਤੇ ਮੇਰਾ ਪ੍ਰਯਤ ਰੱਖ ਕੇ ਸੁੱਧ ਸਪੱਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ, ਪ੍ਰਲੋਕ ਸਹੇਲੇ,
नानक हर प्रभ आपे मेले। अगे प्रसंग आवेगा। सतगुरु जी ने आनंदपुर साहिब किला रचना, आनंदपुर साहिब किला बनाउणा ਅਤੇ ਭੀਮ ਚੰਦ ਨੇ गुरु जी पास वजीर भेजना। फिर भीम चंद ने गुरु गोबिंद सिंह महाराज जी दे कोल अपना वजीर भेजना। ते अगे की होया अगला प्रसंग कल नूं करियो सरवण। आईयां संगतां दा बहुत बहुत धन्नवाद जिन्हां ने समय दे विचों समां कढ करके गुरु घर दीआं गुरु दीआं खुशियां प्राप्त कीतियां। लोक सुखीए परलोक सहेले, नानक हर प्रभ आपे मेले। सो गुरु घर सेवावां चल रही ने। लक्कड़ वाला मिस्त्री भी लगे हुए। कल बिजली का काम माँ भाई माइयां बेचारियां आउंदियां ने, कई छोटियां फड़ियां ने, कई बैटरियां किते भी ना उड़क के गिर जाना। तो लाइटां लवाइयां ने कल सारियां लंगर हाल में। जो आप प्रसादा सकते हैं पता ही नहीं लगता हनेरे च भी बुरकी किधर नूं जाती है। वो फिर सारियां लाइटां कमेटी वाले कहते भी वधिया बनाओ जी है ना। वो कल लंगर हाल च लाइटां लगियां ते अज उपर भी सारे दरबार साहब दे विच लाइटां लग जाणियां ने। सो बड़े उपराले हो रहे ने सारे रल मिल के। ते कल भी मैं बेनती की संगतां नूं भी आपां ने भाई गमले लैके आउणे ने। सो संगतां सरदा मुताबक थोड़ी थोड़ी माया सारे विचारे ने। संगतां वल्लों जिन्हां जिन्हां वल्लों माया पहुंची आ सतगुरु जी आप जानी जाणने। जिहड़े खजाने विचों माया हाजर होई सो खजाने भरपूर करन, काल कंटक दूर करन। गमलियां दी सेवा च गमले लैके आउणे ने। ते जिन्हां ने योगदान नहीं पाया 9 बजे असीं तुरना है, क्योंकि राजपुरे अज दीवान है। 11 बजे तो लैके 1 बजे तक दीवान दे उत्ते हाज़री भरन जाना है कीर्तन करन वास्ते। ते जावांगे पटियाले ते गमले भी नाल ही लैके आवांगे। ते जिन्हां ने माया नहीं पहुंची या योगदान पाना 9 बजे तक मैं गुरुद्वारा साहिब 9 बजे चले जाना है। सो जिन्हां ने भाई योगदान पाना है सेवा दे विचों पा सकदा। गुरु घर दीआं खुशियां प्राप्त करया करो, सेवा करया करो, सिमरन करया करो। अपने मनुखा जन्म नूं सफला बनाउण दा यतन करया करो। लोक सुखीए परलोक सहेले, नानक हर प्रभ आपे मेले। जो अज देग दी सेवा है, जो अज देग दी सेवा है, सरदार नाहर सिंह जी नंबरदार, सरदार नाहर सिंह जी नंबरदार इन्हां परिवार वालों देग दी सेवा हाजिर है। आओ श्लोक दे विच बोल के अपनी रसना नूं करिए पवित्र। अरदास हुकमनामा साहिब कड़ा प्रसादियां दे गल करके फिर आपो अपने करो विहर करने ने। लोक सुखीए परलोक सहेले, नानक हर प्रभ आपे मिले। सलोक पवन गुरु पानी पिता, माता तरत महत, दिवस रात दो दाई दाया, खिलै सगल जगत, चंगियाइयां बुरियाइयां, वचै धर्म हदूर, करमी आपो अपनी, के नेड़े के दूर, जिनी नाम ते आया, गए मसकत काल, नानक ते मुखी उजले, केती छुट्टी नाल, जिनी नाम ते आया, गए मसकत, नानक ते मुख उजले,
नाल। वाहिगुरु जी का खालसा वाहिगुरु जी की फतेह।